ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 22ਵੀਂ ਤੇ ਪਦ ਤੀਜਾ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਹੈ, ਇੰਨਾ ਅਕਲਮੰਦ ਨਹੀਂ ਹੈ ਜਿਹੜਾ ਧੰਨ ਧੰਨ ਗੁਰੂ ਮਹਾਰਾਜ ਦੀਆਂ ਰਮਜ਼ਾਂ ਸਮਝ ਸਕੇ। ਜਿੰਨੀ ਉਹ ਕਿਰਪਾ ਕਰਦੇ ਹਨ ਓਨਾ ਪ੍ਰਾਣੀ ਬੋਲਦਾ ਹੈ, ਓਨਾ ਸੁਣਦਾ ਹੈ ਤੇ ਓਨਾ ਹੀ ਵਿਚਾਰਦਾ ਹੈ। ਆਪਣੇ ਆਪ ਦੇ ਵਿੱਚ ਇਨਸਾਨ ਕੁਝ ਵੀ ਨਹੀਂ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਚਲਾਉਂਦੇ ਹਨ ਉਸੇ ਤਰ੍ਹਾਂ ਹੀ ਚੱਲਦਾ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ ਬਹੁਤ ਹੀ ਸੌਖੇ ਤੇ ਸਾਦੇ ਤਰੀਕੇ ਦੇ ਨਾਲ ਇਨਸਾਨ ਨੂੰ ਭਗਵਾਨ ਦੇ ਵਿੱਚ ਸਮਾ ਜਾਣ ਦਾ ਤਰੀਕਾ ਸਮਝਾਇਆ ਹੈ। ਉਹਦੀ ਭਗਤੀ ਕਰਕੇ, ਅਕਾਲ ਦਾ ਨਾਮ ਜਪ ਕੇ ਆਪਣੇ ਆਪ ਨੂੰ ਛੱਡਿਆ ਜਾ ਸਕਦਾ ਹੈ ਤੇ ਉਹਦਾ ਰੂਪ ਬਣਿਆ ਜਾ ਸਕਦਾ ਹੈ। ਸਭ ਤੋਂ ਵੱਡੀ ਰੁਕਾਵਟ ਇਨਸਾਨ ਦੀ ਮੈਂ ਹੈ, ਜਿਹੜੀ ਵਿਚਕਾਰ ਦੀਵਾਰ ਵਾਂਗੂ ਖੜੀ ਹੈ। ਜੇ ਪ੍ਰਾਣੀ ਨਿਭ ਜਾਵੇ, ਆਪਣੇ ਆਪ ਨੂੰ ਘਟਾ ਲਵੇ ਤਾਂ ਉਹ ਦੀਵਾਰ ਟੁੱਟ ਜਾਂਦੀ ਹੈ ਤੇ ਪ੍ਰਭੂ ਸਾਹਮਣੇ ਸ਼ਾਖ ਸ਼ਾਖ ਪ੍ਰਾਣੀ ਨੂੰ ਮਿਲ ਪੈਂਦਾ ਹੈ। 24,000 ਅੱਖਰਾਂ ਦੀ ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ ਵਰਤੋਂ ਕੀਤੀ ਹੈ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। 3 ਘੜੀਆਂ ਦਾ ਇੱਕ ਪਹਿਰ ਬਣਦਾ ਹੈ। 24 ਘੰਟੇ ਹਨ। 8 ਪਹਿਰ ਦਿਨ ਰਾਤ ਦੇ ਵਿੱਚ ਬਣਦੇ ਹਨ। ਇੱਕ ਸੈਕਿੰਡ ਤੋਂ, ਇੱਕ ਪਲ ਤੋਂ ਸਮੇਂ ਦੀ ਮਿਣਤੀ ਸ਼ੁਰੂ ਹੁੰਦੀ ਹੈ। ਫਿਰ ਮਿੰਟ, ਫਿਰ ਘੰਟੇ, ਫਿਰ ਘੜੀਆਂ, ਫਿਰ ਪਹਿਰ ਤੇ ਫਿਰ ਦਿਨ ਰਾਤ ਬਣਦੇ ਹਨ ਤੇ ਇਹ ਸਮਾਂ ਲੰਬਾ ਲੰਬਾ ਹੁੰਦਾ ਜਾਂਦਾ ਹੈ। ਜਿੰਨਾ ਵੀ ਮਰਜ਼ੀ ਲੰਬਾ ਹੋਵੇ, ਅਕਸਰ ਮੁੱਕ ਜਾਂਦਾ ਹੈ। ਇਸੇ ਤਰ੍ਹਾਂ ਪ੍ਰਾਣੀ ਹੈ, ਸਮੇਂ ਦੇ ਵਿੱਚ ਬੰਧਿਆ ਹੋਇਆ ਹੈ। ਅਕਸਰ ਉਹ ਵੀ ਮੁੱਕ ਜਾਂਦਾ ਹੈ, ਭਾਵ ਖਤਮ ਹੋ ਜਾਂਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਮੁੱਕਣ ਵਾਲੇ ਨੂੰ, ਇਸ ਚੱਲਣ ਵਾਲੇ ਨੂੰ ਆ ਮੁੱਕ ਤੇ ਆ ਚੱਲ ਦੇ ਨਾਲ ਸਮੇਲਿਆ ਹੈ। ਜੇ ਛੋਟਾ ਵਿਛੜਿਆ ਹੋਇਆ ਆਪਣੇ ਨੂੰ ਪਿਆਰ ਕਰ ਲਵੇ, ਧਿਆ ਲਵੇ ਤਾਂ ਸਹਿਜ ਹੀ ਪਾ ਲੈਂਦਾ ਹੈ। ਉਹਦੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦਾ ਹੈ। ਉਹ ਕਿਰਪਾਲੂ ਹੈ, ਦਿਆਲੂ ਹੈ, ਬਖਸ਼ ਦਿੰਦਾ ਹੈ ਤੇ ਆਪਣੇ ਨੂੰ ਅਪਣਾ ਲੈਂਦਾ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਵਿਸ਼ਾ ਅਕਾਲ ਉਸਤਤ, ਪ੍ਰਭੂ ਨੂੰ ਸਲਾਹਿਆ ਹੈ
ਵੱਡੇ ਦੀ ਵਡਿਆਈ ਕੀਤੀ ਹੈ, ਸਿਫਤ ਸਲਾਹ ਉਹਦਾ ਗੀਤ ਗਾਇਆ ਹੈ। ਦੂਸਰਾ ਵਿਸ਼ਾ ਉਹਨਾਂ ਭਗਤਾਂ ਦਾ ਹੈ, ਉਹਨਾਂ ਜਨਾਂ ਦਾ ਹੈ, ਦਾਸਾਂ ਦਾ ਹੈ, ਜਿਨ੍ਹਾਂ ਨੇ ਭਗਤੀ ਕਰਕੇ ਉਹਨੂੰ ਪਾ ਲਿਆ ਹੈ, ਉਹਨੂੰ ਧਿਆਇਆ ਹੈ ਅਤੇ ਉਹਨੂੰ ਪਾਇਆ ਹੈ। ਉਹ ਇੰਨੇ ਪਿਆਰੇ ਹਨ ਅਕਾਲ ਪੁਰਖ ਨੂੰ, ਉਹ ਆਪਣੀ ਸਾਰਾ ਤੇਜ, ਆਪਣੀ ਸਾਰੀ ਸ਼ਕਤੀ ਉਹਨਾਂ ਉੱਤੋਂ ਕੁਰਬਾਨ ਕਰ ਦਿੰਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਚਰਨਾਂ ਦੀ ਧੂੜ ਲੋੜੀ ਹੈ, ਉਹਨਾਂ ਨੂੰ ਇੰਨਾ ਪਿਆਰ ਕੀਤਾ ਹੈ, ਸਤਿਕਾਰ ਕੀਤਾ ਹੈ ਕਿ ਆਪਣੇ ਆਪ ਨੂੰ ਉਹਨਾਂ ਉੱਤੋਂ ਘੋਲ ਘਮਾਇਆ ਹੈ। ਇਹ ਵਡਿਆਈ ਹੈ ਸਾਧੂਆਂ ਦੀ, ਇਹ ਸਿਫਤ ਹੈ ਦਾਸਾਂ ਦੀ, ਇਹ ਸ਼ਲਾਘਾ ਹੈ ਜਨਾਂ ਦੀ, ਜਿਹੜੇ ਉਹਦਾ ਰੂਪ ਬਣ ਨਿੱਤਰੇ ਤੇ ਅਮਰ ਹੋ ਗਏ। ਗੁਰੂ ਪਿਆਰਿਓ, ਤੀਸਰਾ ਵਿਸ਼ਾ ਸੱਚੇ ਪਾਤਸ਼ਾਹ ਨੇ ਉਹਨਾਂ ਨਿੰਦਕਾਂ ਦਾ, ਉਹਨਾਂ ਭਗਤ ਦੋਖੀਆਂ ਦਾ, ਸੰਤ ਦੋਖੀਆਂ ਦਾ, ਸੰਤ ਨਿੰਦਕਾਂ ਦਾ ਚੁਣਿਆ ਹੈ। ਉਹਨਾਂ ਨੂੰ ਉਹਨਾਂ ਦੀ ਬਣਦੀ ਥਾਂ ਦਿਖਾਈ ਹੈ, ਉਹਨਾਂ ਨੂੰ ਸਮਝਾਇਆ ਹੈ ਕਿ ਇੱਕ ਗੁਰੂ ਦਾ ਪਿਆਰਾ ਜੇ ਤੁਹਾਡੇ ਵੱਲ ਮਿਹਰ ਦੀ ਨਜ਼ਰ ਨਾਲ ਤੱਕ ਲਵੇ ਤਾਂ ਤੁਹਾਨੂੰ ਪਾਰ ਲਗਾ ਸਕਦਾ ਹੈ, ਤੁਹਾਡੀ ਡੁੱਬਦੀ ਹੋਈ ਨਈਆ ਨੂੰ ਆਸਰਾ ਦੇ ਸਕਦਾ ਹੈ। ਬਹੁਤ ਮਹਾਨ ਹਨ ਉਹ ਭਗਤ ਜਿਨ੍ਹਾਂ ਨੂੰ ਤੁਸੀਂ ਦਿਨ ਰਾਤ ਨਿੰਦਦੇ ਹੋ, ਉਹਨਾਂ ਉੱਤੇ ਹੈਂਕੜ ਦਿਖਾਉਂਦੇ ਹੋ, ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਹੋ। ਗੁਰੂ ਪਿਆਰਿਓ, ਇੱਕ ਇੱਕ ਸਵਾਸ, 24,000 ਸਵਾਸ ਪ੍ਰਾਣੀ ਨੂੰ 24 ਘੰਟਿਆਂ ਵਿੱਚ ਆਉਂਦੇ ਹਨ ਅਤੇ 1 ਘੰਟੇ ਦੇ ਵਿੱਚ ਤਕਰੀਬਨ 1,000 ਸਵਾਸ ਪ੍ਰਾਣੀ ਲੈਂਦਾ ਹੈ। ਬੇਸ਼ੱਕ ਉਹ ਅਣਜਾਣ ਹੈ ਜਾਂ ਅਣਜਾਣ ਬਣਿਆ ਹੋਇਆ ਹੈ ਕਿ ਇਹ ਸਵਾਸ ਕੌਣ ਦਿੰਦਾ ਹੈ, ਕਿਹਦੀ ਮਿਹਰ ਨਾਲ ਇਹ ਸਵਾਸ ਆਉਂਦੇ ਹਨ, ਕੌਣ ਰਹਿਮਤ ਕਰਦਾ ਹੈ। ਪ੍ਰਾਣੀ ਨੂੰ ਇਹ ਵੀ ਨਹੀਂ ਪਤਾ ਕਿ ਕਿੰਨੇ ਬਾਕੀ ਹਨ, ਕਿੰਨੇ ਆ ਚੁੱਕੇ ਹਨ। ਇਹ ਭੰਡਾਰ ਵਾਹਿਗੁਰੂ ਦੇ ਕੋਲ ਹੀ ਹੈ। ਇੰਨਾ ਕੁਝ ਕਰਦੇ ਪ੍ਰਭੂ ਦਾ, ਇੰਨੀਆਂ ਦਾਤਾਂ ਦਿੰਦੇ ਹੋਏ ਦਾਤੇ ਦਾ, ਇੰਨੇ ਦਿਆਲ ਹੋਏ ਦਿਆਲੂ ਕਿਰਪਾਲੂ ਦਾ, ਐ ਇਨਸਾਨ, ਐ ਮਿਸਟਰ ਹਿਊਮਨ ਬੀਇੰਗ, ਸ਼ੁਕਰਾਨਾ ਤਾਂ ਕਰਨਾ ਬਣਦਾ ਹੀ ਹੈ। ਤੂੰ ਕਿਉਂ ਭੁੱਲ ਗਿਆ ਆਪਣੇ ਦੇ ਨਾਲ ਵਾਅਦਾ ਕਰਕੇ? ਆਪਣਿਆਂ ਦੇ ਨਾਲ ਇੰਜ ਨਹੀਂ ਕਰਨਾ ਚਾਹੀਦਾ, ਉਹਨਾਂ ਨਾਲ ਕੱਚੇ ਵਾਅਦੇ ਨਹੀਂ ਕਰੀਦੇ, ਜੇ ਕਰੀਦੇ ਆ ਤਾਂ ਪੱਕੇ ਕਰੀਦੇ ਆ।
ਤੂੰ ਅਕਾਲ ਪੁਰਖ ਦੇ ਨਾਲ ਇਹ ਪ੍ਰੋਮਿਸ ਕੀਤਾ ਪਿਆਰਿਆ ਕਿ ਮੈਂ ਤੇਰਾ ਹਾਂ, ਤੇਰਾ ਹੀ ਬਣ ਕੇ ਰਵਾਂਗਾ, ਹੋਰ ਪਾਸੇ ਨਹੀਂ ਜਾਵਾਂਗਾ। ਪਰ ਤੂੰ ਤਾਂ ਮੁੱਕਰ ਗਿਆ, ਬਿਲਕੁਲ ਬਦਲ ਗਿਆ, ਕੱਚੇ ਦਾ ਕੱਚਾ ਨਿਕਲਿਆ, ਪੱਕਿਆਂ ਦਾ ਸਾਥ ਛੱਡ ਕੇ ਕੱਚਿਆਂ ਵੱਲ ਤੁਰ ਗਿਆ। ਤੂੰ ਵੀ ਕੱਚਾ ਹੋ ਗਿਆ, ਕੱਚਿਆਂ ਦੇ ਪਿੱਛੇ ਲੱਗ ਕੇ ਤੇਰੇ ਵਾਅਦੇ ਕੱਚੇ ਨਿਕਲੇ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਇਸ ਪਦ ਦੇ ਵਿੱਚ ਮਿਹਰ ਕਰਦੇ ਹਨ। ਪੂਰਨ ਪੂਰ ਰਹੇ ਦਿਆਲ, ਸਭ ਊਪਰ ਹੋਵਤ ਕਿਰਪਾਲ। ਪੂਰਾ ਭਰਿਆ ਹੋਇਆ, ਮੁਕੰਮਲ ਆਪਣਾ ਫਰਜ਼ ਨਿਭਾ ਰਿਹਾ ਹੈ, ਦਾਤਾ ਦੇ ਰਿਹਾ ਹੈ, ਵੰਡ ਰਿਹਾ ਹੈ, ਮਿਹਰਬਾਨ ਹੈ, ਮਿਹਰ ਕਰ ਰਿਹਾ ਹੈ। ਪਾਤਸ਼ਾਹ ਬਿਨਾਂ ਭੇਦ ਭਾਵ ਤੋਂ ਪੂਰਨ ਮਿਹਰਬਾਨ ਹੋ ਕੇ ਆਪਣੀ ਡਿਊਟੀ ਨਿਭਾ ਰਿਹਾ ਹੈ। ਹਰ ਥਾਂ ਦੇ ਉੱਤੇ, ਸਾਰਿਆਂ ਦੇ ਉੱਤੇ ਕਿਰਪਾਲੂ ਹੈ, ਦਿਆਲੂ ਹੈ, ਮਿਹਰਬਾਨ ਹੈ, ਪੂਰਨ ਪੂਰਾ ਮੰਗ ਪੂਰੀ ਕਰ ਰਿਹਾ ਹੈ, ਬਿਨ ਮੰਗੇ ਦੇ ਰਿਹਾ ਹੈ, ਦਾਤਾਂ ਦਾ ਮੀਂਹ ਬਰਸਾ ਰਿਹਾ ਹੈ। ਪੂਰਨ ਪੂਰ ਰਹੇ ਦਿਆਲ, ਸਭ ਊਪਰ ਹੋਵਤ ਕਿਰਪਾਲ। ਭੇਦ ਭਾਵ ਨਹੀਂ ਰੱਖਦਾ, ਸਾਰਿਆਂ ਨੂੰ ਇੱਕ ਤਰ੍ਹਾਂ ਦਿੰਦਾ ਹੈ, ਮੁੜਨ ਦੇ ਲਈ ਨਹੀਂ, ਉਹਨਾਂ ਨੂੰ ਸੰਭਾਲਣ ਦੇ ਲਈ। ਉਹਨਾਂ ਦਾ ਰਖਵਾਲਾ ਹੈ। ਆਪਣੇ ਕਰਤੱਵ ਜਾਣੇ ਆਪ, ਅੰਤਰਜਾਮੀ ਰਹਿਓ ਵਿਆਪ। ਉਹ ਆਪਣੀ ਕਰਤੱਵ, ਆਪਣੀ ਜ਼ਿੰਮੇਵਾਰੀ ਆਪ ਜਾਣਦਾ ਹੈ। ਦੁਨੀਆ ਦੀ ਤਰ੍ਹਾਂ ਨਹੀਂ ਕਿ ਕੋਈ ਉਹਨੂੰ ਸਮਝਾਉਂਦਾ ਹੈ ਕਿ ਤਾਂ ਇਸ ਤਰ੍ਹਾਂ ਕੰਮ ਕਰਨਾ ਹੈ। ਓਰੀਐਂਟੇਸ਼ਨ ਕਲਾਸ ਲਗਾਉਂਦਾ ਹੈ। ਉਹ ਆਪਣੇ ਆਪ ਭਲੀ ਭਾਂਤ ਆਪਣੀ ਦੇਣ ਵਾਲੀ ਡਿਊਟੀ ਨਿਭਾ ਰਿਹਾ ਹੈ ਤੇ ਕੋਈ ਆਸ ਨਹੀਂ ਰੱਖਦਾ ਕਿ ਮੈਨੂੰ ਮੋੜ ਦੇਣਾ। ਦੇ ਕੇ ਭੁੱਲਣ ਵਾਲਾ ਹੈ। ਸਭ ਕੁਝ ਜਾਣਨ ਵਾਲਾ ਦਾਤਾ, ਦਿਲਾਂ ਦੀਆਂ ਜਾਣਨ ਵਾਲਾ, ਘੱਟ ਘੱਟ ਦੇ ਵਿੱਚ ਸਮਾਇਆ ਹੋਇਆ ਹੈ। ਹਰ ਵਸਤੂ ਦੇ ਵਿੱਚ ਰਮਿਆ ਹੋਇਆ ਹੈ। ਮੇਰਾ ਪਾਤਸ਼ਾਹ ਆਪਣੇ ਫਰਜ਼ਾਂ ਉੱਤੇ ਖਲੋਤਾ ਦਾਨ ਵੰਡ ਰਿਹਾ ਹੈ, ਖੁਸ਼ ਹੋ ਕੇ ਆਪਣਿਆਂ ਦਾ ਰਖਵਾਲਾ, ਆਪਣਿਆਂ ਦੀ ਰੱਖਿਆ ਕਰ ਰਿਹਾ ਹੈ। ਪ੍ਰਿਤ ਪਾਲੈ ਜੀਵਨ ਬਹੁ ਭਾਤ,
ਜੋ ਜੋ ਰਚਿਓ ਸੋ ਤਿਸੇ ਧਿਆਤ। ਸਵਾਮੀ ਅਨੇਕਾਂ ਤਰੀਕਿਆਂ ਨਾਲ ਆਪਣੇ ਜੀਵਾਂ ਦੀ ਪਾਲਣਾ ਕਰ ਰਿਹਾ ਹੈ, ਪਾਲ ਰਿਹਾ ਹੈ, ਸਾਂਭ ਰਿਹਾ ਹੈ। ਜਿਵੇਂ ਮਾਤਾ ਆਪਣੇ ਬੱਚਿਆਂ ਦੀ ਕੇਅਰ ਕਰਦੀ ਹੈ, ਉਹਨਾਂ ਨੂੰ ਚੋਗਾ ਚਗਾਉਂਦੀ ਹੈ। ਛੋਟੇ ਛੋਟੇ ਜਾਨਵਰ ਆਪਣੀਆਂ ਚੁੰਝਾਂ ਨਾਲ ਬਾਲਾਂ ਦੇ ਮੂੰਹ ਦੇ ਵਿੱਚ ਪਾਉਂਦੇ ਹਨ। ਮਾਂ ਇੱਕ ਬੁਰਕੀ ਬੱਚੇ ਨੂੰ ਖਵਾਉਂਦੀ ਹੈ, ਫਿਰ ਆਪ ਖਾਂਦੀ ਹੈ। ਥੱਕਦੀ ਨਹੀਂ, ਘਬਰਾਉਂਦੀ ਨਹੀਂ। ਜੇ ਬੱਚਾ ਜਿੱਦ ਕਰਕੇ ਨਹੀਂ ਖਾਂਦਾ ਫਿਰ ਖਵਾਉਂਦੀ ਹੈ। ਸਬਰ ਸੰਤੋਖ ਬੇਅੰਤ ਹੈ, ਕਿਉਂਕਿ ਉਹ ਆਪਣੇ ਨੂੰ ਪਾਲਦੀ ਹੈ, ਪ੍ਰਿਤ ਪਾਲਕ ਹੈ। ਮੇਰਾ ਪਿਆਰਾ ਸਾਈਂ ਸਾਰੇ ਜੀਵਨ ਸਾਰਿਆਂ ਨੂੰ ਅਨੇਕਾਂ ਤਰੀਕਿਆਂ ਦੇ ਨਾਲ ਪਾਲ ਰਿਹਾ ਹੈ। ਪ੍ਰਿਤ ਪਾਲੈ ਜੀਵਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੇ ਧਿਆਤ। ਉਹਨੇ ਸਾਰੀ ਰਚਨਾ ਕੀਤੀ ਹੈ, ਬਹੁਤ ਰੰਗਾਂ ਦੇ ਵਿੱਚ 84 ਲੱਖ ਜੂਨ ਬਣਾਈ ਹੈ। ਬਹੁਤ ਵੱਡਾ ਪਰਿਵਾਰ ਹੈ ਮੇਰੇ ਸਾਹਿਬ ਦਾ। ਬੇਸ਼ੁਮਾਰ ਧੀਆਂ ਪੁੱਤ ਹਨ, ਗਿਣੇ ਵੀ ਨਹੀਂ ਜਾ ਸਕਦੇ। ਸਾਰਿਆਂ ਨੂੰ ਸਬਰ ਸੰਤੋਖ ਦੇ ਨਾਲ ਪਾਲਦਾ ਹੈ। ਉਹਨਾਂ ਦੀ ਰਚਨਾ ਕੀਤੀ ਹੈ, ਉਹਨਾਂ ਨੂੰ ਬਣਾਇਆ ਹੈ। ਉਹ ਆਪਣੇ ਨੂੰ ਧਿਆਉਂਦੇ ਹਨ, ਆਪਣੇ ਨੂੰ ਯਾਦ ਕਰਦੇ ਹਨ। ਥੋੜ੍ਹੇ ਬਹੁਤ ਅਕਿਰਤ ਕਣ ਨਿਕਲ ਜਾਂਦੇ ਹਨ, ਥੋੜ੍ਹੇ ਬਹੁਤ ਬੇਸ਼ੁਕਰੇ ਹੋ ਜਾਂਦੇ ਹਨ, ਪਰ ਜ਼ਿਆਦਾ ਪ੍ਰਭੂ ਦੇ ਪਿਆਰੇ ਉਹਨੂੰ ਧਿਆਉਂਦੇ ਹਨ, ਉਹਦਾ ਕਰਜ਼ਾ ਵਾਪਸ ਕਰਦੇ ਹਨ। ਰਚਣਹਾਰੇ ਨੂੰ ਰਚਨਾ ਧੰਨਵਾਦ ਭੇਜਦੀ ਹੈ। ਜੋ ਜੋ ਰਚਿਓ ਸੋ ਤਿਸੇ ਧਿਆਤ। ਜਿਹੜੇ ਜਿਹੜੇ ਬਣਾਏ ਹੈ ਦਾਤਾ ਮੇਰੇ ਸਾਹਿਬ, ਉਹ ਸਾਰੇ ਹੀ ਤੈਨੂੰ ਸਿਮਰਦੇ ਹਨ। ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ। ਮੇਰੇ ਪ੍ਰੀਤਮ ਪਿਆਰੇ ਸਿਮਰਦੇ ਤੈਨੂੰ ਸਾਰੇ ਹੀ ਹਨ। ਕੁਝ ਤੈਨੂੰ ਸਿਮਰਦੇ ਹਨ, ਕੁਝ ਤੇਰੀ ਰਚਨਾ ਨੂੰ ਸਿਮਰਦੇ ਹਨ। ਮੇਰੇ ਸਾਹਿਬ ਕੁਝ ਤੇਰਾ ਨਾਮ ਧਿਆਉਂਦੇ ਹਨ, ਕੁਝ ਤੇਰੀ ਕੁਦਰਤ ਦੀ ਸ਼ਲਾਘਾ ਕਰਦੇ ਹਨ, ਪਰ ਸਾਰੇ ਹੀ ਹੈਰਾਨ ਹੋ ਕੇ ਸ਼ੁਕਰਾਨਾ ਕਰਦੇ ਹਨ। ਜਿਨ੍ਹਾਂ ਉੱਤੇ ਤੂੰ ਡੁੱਲ ਜਾਂਦਾ ਹੈ, ਮੋਹਿਤ ਹੋ ਜਾਂਦਾ ਹੈ, ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਅਭੇਦ ਕਰ ਦਿੰਦਾ ਹੈ। ਉਹਨਾਂ ਦੀ ਹੋਂਦ ਨੂੰ ਆਪਣੇ ਨਾਲ ਮਿਲਾ ਕੇ ਆਪਣਾ ਨਾਮ ਬਖਸ਼ ਦਿੰਦਾ ਹੈ ਦਾਤਾ। ਫਿਰ ਉਹ
ਤੇਰਾ ਸ਼ੁਕਰਾਨਾ ਕਰਦੇ ਹਨ। ਤੇਰਾ ਰੂਪ ਬਣ ਕੇ, ਤੇਰੀ ਪ੍ਰੀਤ ਹੰਢਾ ਕੇ ਤੇਰੇ ਗੀਤ ਗਾਉਂਦੇ ਹਨ, ਭਗਤੀ ਕਰਦੇ ਹਨ, ਸੇਵਾ ਕਰਦੇ ਹਨ। ਦਿਨ ਰਾਤ ਭਗਤੀ ਦੇ ਵਿੱਚ, ਖੁਮਾਰੀ ਦੇ ਵਿੱਚ ਰਹਿੰਦੇ ਹਨ। ਉਹਨਾਂ ਦੇ ਪੈਰ, ਉਹਨਾਂ ਦੇ ਪਾਂਵ ਸਹਿਬ ਧਰਤੀ ਉੱਤੇ ਨਹੀਂ ਲੱਗਦੇ। ਉਹ ਚਾਅ ਦੇ ਵਿੱਚ ਉੱਡੇ ਫਿਰਦੇ ਹਨ। ਤੇਰੇ ਨਾਮ ਦੀ ਖੁਮਾਰੀ ਮੇਰੇ ਪ੍ਰੀਤਮ ਉਹਨਾਂ ਤੋਂ ਸਾਂਭੀ ਨਹੀਂ ਜਾਂਦੀ। ਇੰਨੀ ਖੁਸ਼ੀ ਉਹ ਝੱਲ ਨਹੀਂ ਸਕਦੇ। ਟੱਪਦੇ ਹਨ, ਨੱਚਦੇ ਹਨ, ਤੇਰੀ ਭਗਤੀ ਕਰਕੇ ਤੇਰੇ ਗੁਣ ਗਾਉਂਦੇ ਹਨ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ। ਮੇਰੇ ਪਿਆਰੇ ਪ੍ਰਭੂ, ਉਹਨਾਂ ਪਿਆਰਿਆਂ ਦਾ ਤੇਰੇ ਉੱਤੇ ਮਨ ਟਿਕ ਗਿਆ। ਤੇਰੇ ਇਕੱਲੇ ਦੇ ਉੱਤੇ ਮਨ ਸੱਚੇ ਪਾਤਸ਼ਾਹ ਖਲੋ ਗਿਆ। ਡੁੱਲਿਆ ਨਹੀਂ, ਘੁੰਮਿਆ ਨਹੀਂ। ਕੱਚੇ ਪਿੱਲਿਆਂ ਦੀ ਤਰ੍ਹਾਂ ਦਰ ਦਰ ਘੁੰਮਿਆ ਨਹੀਂ। ਉਸ ਮਨ ਨੇ ਕਿਸੇ ਨੂੰ ਲੱਭਿਆ ਵੀ ਨਹੀਂ। ਤੇਰੇ ਵਿੱਚ ਹੀ ਯਕੀਨ ਕੀਤਾ, ਤੇਰੇ ਵਿੱਚ ਹੀ ਵਿਸ਼ਵਾਸ ਕੀਤਾ। ਮੇਰੇ ਪਾਤਸ਼ਾਹ ਭਰੋਸਾ ਤੇਰੇ ਉੱਤੇ ਕੀਤਾ। ਤੈਨੂੰ ਹੀ ਉਹਨੇ ਧਿਆਇਆ ਤੇ ਤੈਨੂੰ ਹੀ ਪਾਇਆ। ਕਰਨਹਾਰ ਨਾਨਕ ਇੱਕ ਜਾਣਿਆ। ਮੇਰੇ ਸਿਰਜਣਹਾਰ ਮਾਲਕ, ਤੇਰੇ ਉੱਤੇ ਇੰਨਾ ਵਿਸ਼ਵਾਸ ਕੀਤਾ, ਕਿਸੇ ਹੋਰ ਵੱਲ ਤੱਕਿਆ ਵੀ ਨਹੀਂ। ਸਿਰਫ ਤੇ ਸਿਰਫ ਇੱਕ ਨੂੰ ਵਫਾਦਾਰੀ, ਲਾਇਲਟੀ, ਡੈਡੀਕੇਸ਼ਨ ਸਭ ਤੇਰੇ ਲਈ। ਤੇਰੇ ਉੱਤੋਂ ਕੁਰਬਾਨ ਹੋ ਗਏ ਉਹ ਪਿਆਰੇ, ਉਹ ਦੁਲਾਰੇ ਜਿਨ੍ਹਾਂ ਨੇ ਤੇਰਾ ਨਾਮ ਜਪਿਆ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪੂਰ ਰਹੇ ਦਿਆਲ, ਸਭ ਉੱਪਰ ਹੋਪਤ ਕਿਰਪਾਲ। ਮੇਰੇ ਪਾਤਸ਼ਾਹ, ਮੇਰੇ ਸੁਆਮੀ, ਮੇਰੇ ਮਿਹਰਬਾਨ ਸੱਚੇ ਪਾਤਸ਼ਾਹ, ਤੂੰ ਪਰਫੈਕਟ, the perfect compassionate Lord is fully pervading everywhere and is merciful to all. ਆਪਣੇ ਕਰਤੱਵ ਜਾਣੇ ਆਪ, his affairs he himself knows. ਅੰਤਰਜਾਮੀ ਰਹਿਓ ਬੇਆਪ, the knower of hearts is contained in everything. He is everywhere. ਪਿਰਤ ਪਾਲੇ ਜੀਨ ਬਹੁ ਭਾਤ, the Lord cherishes the beings in the diverse ways. ਜੋ ਜੋ ਰਚਿਓ ਸੋ ਤਿਸੇ ਧਿਆਤ, whomsoever he has made, that meditates on him. ਜਿਸ ਭਾਵੈ ਤਿਸ ਲੈ ਮਲਾਏ,
ਭਗਤ ਕਰੇ ਹਰ ਕੇ ਗੁਣ ਗਾਏ। Whosoever pleases him, him he blends with himself. ਭਗਤ ਕਰੇ ਹਰ ਕੇ ਗੁਣ ਗਾਏ। Such person performs God's service and sings his praise. ਮਨ ਅੰਤਰ ਵਿਸ਼ਵਾਸ ਕਰ ਮਾਨਿਆ। With faith within his mind, he worshipped the Lord. ਕਰਨਹਾਰ ਨਾਨਕ ਇੱਕ ਜਾਣਿਆ। The one master Nanak recognizes as the creator. He don't know anybody else. Nanak knows only one, whose ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। Nanak don't know anybody else, and he always ready to sacrifice himself on him. ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਸ ਦਾਤੇ ਨੂੰ ਪਹਿਲੇ ਪਦਾਂ ਦੇ ਵਿੱਚ ਜਦੋਂ ਉਹ ਇਕੱਲਾ ਸੀ ਉਦੋਂ ਦਾ ਜ਼ਿਕਰ ਕੀਤਾ ਹੈ। ਜਦੋਂ ਰਚਨਾ ਵੀ ਨਹੀਂ ਰਚਾਈ ਸੀ, ਜਦੋਂ ਉਹਨੇ ਆਪਣਾ ਵਿਆਪਕ ਪਰਿਵਾਰ ਨਹੀਂ ਬਣਾਇਆ ਸੀ, ਜਦੋਂ ਉਹਨੂੰ ਮਹਿਸੂਸ ਹੋਇਆ ਇਕੱਲਾਪਣ, ਖਾਲੀ ਖਾਲੀ, ਹਨੇਰਾ ਹਨੇਰਾ, ਅਰਬਦ ਨਰਬਦ ਧੰਦੂ ਧਾਰਾ, ਉਹਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਜਿੱਥੇ ਹਨੇਰਾ ਹੈ ਉੱਥੇ ਪ੍ਰਕਾਸ਼ ਹੋਣਾ ਚਾਹੀਦਾ ਹੈ, ਜਿੱਥੇ ਕੁਝ ਵੀ ਨਹੀਂ ਉੱਥੇ ਕੁਝ ਹੋਣਾ ਚਾਹੀਦਾ ਹੈ। ਇੱਕ ਪਲ ਦੇ ਵਿੱਚ, ਇੱਕ ਛਿਨ ਦੇ ਵਿੱਚ ਇਹ ਬ੍ਰਹਿਮੰਡ ਸਾਜੇ ਗਏ। ਇਹ ਯੂਨੀਵਰਸ, ਇਹ ਬ੍ਰਹਿਮੰਡ, ਇਹ ਧਰਤੀਆਂ ਟਿਕਾਈਆਂ ਗਈਆਂ। ਜਿਹੜਾ ਜਗਤ ਦਾ ਪਸਾਰਾ ਇੱਕ ਕਵਾਉ ਦੇ ਵਿੱਚ ਹੋ ਗਿਆ। ਗੁਰੂ ਪਿਆਰਿਓ, ਉਹ ਪ੍ਰੀਤਮ ਪਿਆਰਾ ਜਿਹਨੇ ਸੰਸਾਰ ਨੂੰ ਰਚਿਆ ਹੈ, ਉਸ ਦਾਤੇ ਨੇ ਹਰ ਕਿਸੇ ਨੂੰ ਪਾਲਿਆ ਹੈ, ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਰਚਣਹਾਰੇ ਨੇ ਆਪਣਾ ਕਰਤੱਵ ਨਿਭਾਇਆ ਹੈ, ਹਰ ਕਿਸੇ ਨੂੰ ਪਾਲਿਆ ਹੈ। ਉਹ ਜਾਣਦਾ ਹੈ, ਉਹਨੂੰ ਸਮਝਾਉਣ ਦੀ ਲੋੜ ਨਹੀਂ ਹੈ ਕਿ ਉਹਦੀਆਂ ਡਿਊਟੀਆਂ ਕੀ ਹਨ, ਉਹਦੇ ਫਰਜ਼ ਕੀ ਹਨ। ਉਹ ਸਾਰਿਆਂ ਨੂੰ ਆਪਣੀਆਂ ਆਪਣੀਆਂ ਡਿਊਟੀਆਂ ਸਮਝਾਉਣ ਵਾਲਾ ਵੱਡਾ ਦਾਤਾ, ਵੱਡਾ ਟੀਚਰ, ਵੱਡਾ ਗੁਰੂ ਹਰ ਕਿਸੇ ਨੂੰ ਗਿਆਨ ਦਿੰਦਾ ਹੈ, ਆਪਣੀ ਜ਼ਿੰਮੇਵਾਰੀ ਸਮਝਾਉਂਦਾ ਹੈ। ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਪਲਦਾ ਹੈ, ਉਦੋਂ ਮਾਤਾ ਨੂੰ
ਸਬਕ ਸੁਣਾਉਂਦਾ ਹੈ, ਉਹਦੀ ਆਤਮਾ ਰਾਹੀਂ ਸਮਝਾਉਂਦਾ ਹੈ ਕਿ ਤੂੰ ਹੁਣ ਇਕੱਲੀ ਨਹੀਂ, ਤੂੰ ਰਚਣਹਾਰੇ ਦੇ ਨਾਲ ਮਿਲ ਕੇ ਰਚਨਾ ਰਚ ਰਹੀ ਹੈ। ਤੂੰ ਜਨਨੀ ਹੈ, ਤੂੰ ਪ੍ਰਭੂ ਦਾ ਸਾਖਸ਼ਾਤ ਫਰਜ਼ ਨਿਭਾ ਰਹੀ ਹੈ। ਸਾਰੇ ਦਾ ਸਾਰਾ ਗਿਆਨ ਮਾਤਾ ਦੀ ਰੂਹ ਦੇ ਵਿੱਚ ਢੇਰੀ ਕਰ ਦਿੰਦਾ ਹੈ। ਉਹ ਉਸੇ ਤਰ੍ਹਾਂ ਕਰਦੀ ਹੈ ਜਿਵੇਂ ਅੰਤਰੀਬ ਗੁਰੂ ਦੱਸਦਾ ਹੈ। ਆਪਣਾ ਕਰਤੱਵ ਅਕਾਲ ਤੋਂ ਸਮਝਦੀ ਹੈ। ਸਾਰਿਆਂ ਦੇ ਵਿੱਚ ਵੱਸਦਾ ਹੈ। ਜਿਹੜਾ ਮਾਤਾ ਦੇ ਗਰਭ ਦੇ ਵਿੱਚ ਨੰਨਾ ਫਰਿਸ਼ਤਾ ਪਲਦਾ ਹੈ, ਉਹਦੇ ਵਿੱਚ ਵੀ ਆਪ ਵੱਸਦਾ ਹੈ। ਜਿਹੜੀ ਮਾਤਾ ਉਸ ਬੱਚੇ ਨੂੰ ਪਾਲ ਰਹੀ ਹੈ, ਉਹਦੇ ਵਿੱਚ ਵੀ ਸਾਖਸ਼ਾਤ ਆਪ ਦਾ ਵਾਸਾ ਹੈ। ਦੋਨੇ ਪਾਸੇ ਬੱਚੇ ਦੇ ਮਾਂ ਦੇ ਸੰਬੰਧ ਨੂੰ ਬਣਾਉਣ ਵਾਲਾ, ਪਾਲਣ ਤੇ ਪੋਸ਼ਣ ਦਾ ਖਿਆਲ ਰੱਖਣ ਵਾਲਾ, ਦੋਨਾਂ ਨੂੰ ਜੋੜ ਕੇ ਰੱਖਦਾ ਹੈ। ਮਾਂ ਦੀ ਮਿਹਰ, ਬੱਚੇ ਦੀ ਸਹਾਰਾ, ਬੱਚੇ ਦਾ, ਦੋਨਾਂ ਨੂੰ ਇਕੱਠੇ ਰੱਖਦਾ ਹੈ, ਪਾਲਦਾ ਹੈ, ਔਰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ, ਬਹੁਤ ਹੀ ਪਿਆਰ ਦੇ ਨਾਲ, ਮਿਠਾਸ ਦੇ ਨਾਲ, ਅੱਕਦਾ ਨਹੀਂ, ਥੱਕਦਾ ਨਹੀਂ, ਗੁੱਸੇ ਨਹੀਂ ਹੁੰਦਾ, ਬਿਲਕੁਲ ਸ਼ਾਂਤ ਰਹਿ ਕੇ ਸੇਵਾ ਕਰਦਾ ਹੈ ਸਾਰੇ ਜੀਆਂ ਦੀ, ਸੰਸਾਰ ਦੇ ਸਾਰੇ ਸੰਸਾਰੀਆਂ ਦੀ, ਗ੍ਰਸਤੀਆਂ ਦੀ। ਉਹਨਾਂ ਬੇਸ਼ੁਕਰਿਆਂ ਨੂੰ ਵੀ ਦਿੰਦਾ ਹੈ, ਉਹਨਾਂ ਕਿਰਤ ਘੜਾਂ ਨੂੰ ਵੀ ਨਵਾਜਦਾ ਹੈ। ਕਿਸੇ ਦੇ ਨਾਲ ਪੱਖਪਾਤ ਨਹੀਂ ਰੱਖਦਾ। ਸਾਰਿਆਂ ਦਾ ਸਾਂਝਾ ਇੱਕੋ ਜਿਹਾ ਵਰਤਾਅ ਕਰਦਾ ਹੈ। ਇਹਨਾਂ ਕਰਨ ਵਾਲੇ ਨੂੰ ਤੂੰ ਇਨਸਾਨ ਕਿਉਂ ਭੁੱਲ ਜਾਂਦਾ ਹੈ? ਇਹਨਾਂ ਤੇਰਾ ਧਿਆਨ ਕਰਨ ਵਾਲੇ ਨੂੰ ਤੂੰ ਕਿਉਂ ਠੁਕਰਾ ਦਿੰਦਾ ਹੈ? ਉਹ ਤੇਰਾ ਹੈ, ਤੇਰਾ ਰਖਵਾਲਾ ਹੈ। ਬਹੁਤ ਸਾਰੇ ਤੇਰੇ ਉੱਤੇ ਡੁੱਲ ਜਾਂਦੇ ਹਨ, ਤੈਨੂੰ ਸਵਾਸ ਸਵਾਸ, ਗਰਾਸ ਤੇ ਆਉਂਦੇ ਹਨ। ਬਸ ਤੇਰਾ ਸ਼ੁਕਰਾਨਾ ਹੀ ਕਰੀ ਜਾਂਦੇ ਹਨ, ਤੈਨੂੰ ਧਿਆਉਂਦੇ ਹੀ ਰਹਿੰਦੇ ਹਨ। ਤੇਰੀਆਂ ਸਿਫਤਾਂ ਦਾ, ਤੇਰੇ ਗੁਣਾਂ ਦਾ, ਤੇਰੀਆਂ ਮਿਹਰਾਂ ਦਾ ਗੀਤ ਗਾਈ ਜਾਂਦੇ ਹਨ। ਪਾਤਸ਼ਾਹ, ਤੂੰ ਉਹਨਾਂ ਨੂੰ ਭੁੱਲਦਾ ਨਹੀਂ, ਉਹਨਾਂ ਨੂੰ ਅਪਣਾ ਲੈਂਦਾ ਹੈ। ਬੇਸ਼ੱਕ ਉਹ ਧੰਨੇ ਵਰਗੇ ਭੋਲੇ ਕਿਉਂ ਨਾ ਹੋਣ, ਬੇਸ਼ੱਕ ਉਹ ਕਬੀਰ ਵਰਗੇ ਸਾਦੇ ਕਿਉਂ ਨਾ ਹੋਣ, ਬੇਸ਼ੱਕ ਉਹ ਭਗਤ ਰਵਿਦਾਸ ਵਾਂਗੂ ਸਬਰ ਦੇ ਪਿਆਲੇ ਨਾ ਹੋਣ, ਸਭ ਤੇਰੇ ਬਖਸ਼ੇ ਹੋਏ ਹਨ।
ਤੈਨੂੰ ਤੇ ਆਉਂਦੇ ਹਨ, ਔਰ ਮੇਰੇ ਸਾਹਿਬ ਤੂੰ ਪ੍ਰਸੰਨ ਹੋ ਕੇ ਉਹਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਲੈਂਦਾ ਹੈ। ਉਹਨਾਂ ਨੂੰ ਆਪਣੇ ਅਸਥਾਨ ਦੇ ਉੱਤੇ ਬਿਠਾ ਕੇ ਮਿਹਰਾਂ ਦਾ ਮੀਂਹ ਪਾ ਦਿੰਦਾ ਹੈ। ਉਹਨਾਂ ਨੂੰ ਬਖਸ਼ ਦਿੰਦਾ ਹੈ। ਉਹਨਾਂ ਨੂੰ ਪੂਰਨ ਪਰਫੈਕਟ ਨਾਂ ਦੇ ਕੇ ਸੇਵਾ ਦੇ ਵਿੱਚ ਲਗਾ ਦਿੰਦਾ ਹੈ। ਉਹ ਤੇਰੇ ਬਣ ਗਏ, ਤੇਰਾ ਰੂਪ ਉਹਨਾਂ ਨੂੰ ਮਿਲ ਗਿਆ। ਉਹਨਾਂ ਦੀ ਮੈਂ ਮੁੱਕ ਗਈ, ਸਿਰਫ ਤੇ ਸਿਰਫ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਤੇਰੀ ਭਗਤੀ ਕਰਦੇ ਹਨ, ਤੇਰੇ ਗੁਣ ਗਾਉਂਦੇ ਹਨ, ਕਦੇ ਵੀ ਨਹੀਂ ਥੱਕਦੇ। ਜੁਗਾਂ ਜਗਾਂਤਰਾਂ ਤੋਂ ਤੇਰੇ ਬਣ ਗਏ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਜਨਾਂ, ਉਹਨਾਂ ਦਾਸਾਂ, ਉਹਨਾਂ ਭਗਤਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਹਨ। ਉਹਨਾਂ ਦੇ ਚਰਨ ਧੋ ਧੋ ਕੇ ਪੀਣ ਦੀ ਤਮੰਨਾ ਕਰਦੇ ਹਨ। ਆਪਣੇ ਆਪ ਨੂੰ ਹਜ਼ਾਰਾਂ ਮੇਰ ਉਹਨਾਂ ਉੱਤੋਂ ਮਾਰਨ ਦੀ ਆਸਾ ਰੱਖਦੇ ਹਨ, ਜਿਹੜੇ ਤੇਰਾ ਗੁਣ ਗਾਉਂਦੇ ਹਨ। ਪ੍ਰੀਤਮ ਪਿਆਰੇ, ਤੇਰੀ ਸਾਜੀ ਹੋਈ ਸੰਸਾਰ ਦੇ ਵਿੱਚ, ਤੇਰੀ ਸਾਜੀ ਹੋਈ ਸ੍ਰਿਸ਼ਟੀ ਦੇ ਵਿੱਚ ਵਿਸ਼ਵਾਸ ਉਹਨਾਂ ਨੇ ਕੀਤਾ ਸਿਰਫ ਤੇ ਸਿਰਫ ਤੇਰੇ ਨਾਲ, ਤੇਰੀ ਬਣਾਈ ਹੋਈ ਰਚਨਾ ਦੇ ਨਾਲ। ਆਪਣਾ ਆਪ ਉਹਨਾਂ ਨੇ ਕੁਰਬਾਨ ਕਰ ਦਿੱਤਾ। ਇੰਨਾ ਵਿਸ਼ਵਾਸ, ਇੰਨਾ ਵਿਸ਼ਵਾਸ ਮੇਰੇ ਪਿਆਰੇ, ਤੈਂ ਉਹਨਾਂ ਨੂੰ ਆਪਣੇ ਬਣਾ ਲਿਆ। ਹੁਣ ਤੇਰਾ ਤੇ ਉਹਨਾਂ ਦਾ ਭੇਦ ਕੈਸਾ। ਪਾਣੀ ਪਾਣੀ ਨਾਲ ਮਿਲ ਗਿਆ, ਬੂੰਦ ਸਮੁੰਦਰ ਦੇ ਵਿੱਚ ਜਾ ਰਲੀ। ਹੁਣ ਅੰਤਰ ਕੈਸਾ। ਭਗਤ ਤੇ ਪਰਮੇਸ਼ਰ ਦੋਨੇ ਇੱਕ ਹੋ ਗਏ। ਉਹਨਾਂ ਨੂੰ ਤੇਰੇ ਉੱਤੇ ਵਿਸ਼ਵਾਸ ਆ ਗਿਆ, ਭਰੋਸਾ ਆ ਗਿਆ। ਉਹਨਾਂ ਦਾ ਮੇਰੇ ਮਾਲਕ ਯਕੀਨ ਤੇਰੇ ਉੱਤੇ ਵੱਜ ਗਿਆ। ਉਹਨਾਂ ਨੇ ਸਿਰਫ ਤੇ ਸਿਰਫ ਇੱਕ, ਤੂੰ ਹੀ ਇੱਕੋ ਇੱਕ ਧਿਆਇਆ ਹੈ। ਫਿਰ ਤੂੰ ਉਹਨਾਂ ਨੂੰ ਪਿਆਰ ਨਾਲ ਨਿਵਾਜਿਆ ਤੇ ਉਹਨਾਂ ਨੇ ਤੈਨੂੰ ਪਾਇਆ ਹੈ। ਜੁਗਾਂ ਜਗਾਂਤਰਾਂ ਤੋਂ ਤੂੰ ਉਹਨਾਂ ਭਗਤਾਂ ਦੀ ਰੱਖਿਆ ਕਰਦਾ ਆਇਆ ਹੈ। ਹੰਕਾਰੀਆਂ ਪਾਪੀਆਂ ਨੂੰ ਤੈਂ ਦਰਕਾਰਿਆ ਹੈ, ਉਹਨਾਂ ਨੂੰ ਮਾਰ ਪਹੁੰਚਾਇਆ ਹੈ। ਪਾਤਸ਼ਾਹ, ਇਹ ਤੌਰ ਤਰੀਕਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਆਰੇ ਸਿੱਖਾਂ ਨੂੰ ਸਮਝਾਇਆ ਹੈ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।